ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਗੁਰ ਪੂਰੈ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤ ਹੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ। ਆਣ ਦਿਨ ਸੋ ਕਿਰਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਬੜ ਭਾਗੀ ਪਾਏ। ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ। ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਵਿਗਣ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਵਿਗਣ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 621 ਤੇ ਇਹ ਮੁੱਖ ਵਾਕ ਸੁਭਾਏਮਾਨ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਸੋਰਠ ਰਾਗ ਵਿੱਚ ਆਪਣੀ ਝੋਲੀ 'ਚ ਇਹ ਵਾਕ ਪਾ ਰਹੇ ਹਨ। ਸਤਿਗੁਰੂ ਸਾਨੂੰ ਕੀ ਦੱਸ ਰਹੇ ਆ ਕਿ ਮਨੁੱਖ ਆ ਜਿਹੜਾ ਉਹ ਜਦੋਂ ਸੰਸਾਰ ਦੇ ਵਿੱਚ ਆਉਂਦਾ, ਇਹ ਗੁਰਬਾਣੀ ਦਾ ਜੋ ਆਸਾ ਹੈ ਨਾ ਗੁਰੂ ਗ੍ਰੰਥ ਸਾਹਿਬ ਦਾ, ਇਹਦੇ ਵਿੱਚ ਸਾਰਾ ਕੁਝ ਸਾਨੂੰ ਸਮਝਾਇਆ ਤੇ ਦੱਸਿਆ ਜਾਂਦਾ ਹੈ ਕਿ ਮਨੁੱਖ ਪਿੱਛੇ ਤੋਂ ਪੂਰਵ ਜਨਮਾਂ ਦੇ ਬਹੁਤ ਕਰਮ ਲੈ ਕੇ ਆਉਂਦਾ, ਤੇ ਜਿੱਥੇ ਉਹ ਆ ਰਿਹਾ ਹੁੰਦਾ, ਜਿਹੜੇ ਘਰ ਦੇ ਵਿੱਚ ਆ ਰਿਹਾ, ਜਿੱਥੇ ਜਨਮ ਲੈ ਰਿਹਾ, ਉਹਨੂੰ ਉਦੋਂ ਪੂਰੀ ਜਾਣਕਾਰੀ ਹੁੰਦੀ ਆ ਮੈਂ ਜਿਹੜੇ ਪਰਿਵਾਰ ਦੀ ਚੋਣ ਕਰ ਰਿਹਾ, ਇਹ ਪਰਿਵਾਰ ਕਿਹੋ ਜਿਹਾ, ਇਹ ਪਰਿਵਾਰ ਕੌਣ ਹੈ, ਤੇ ਕਿੰਨੀ ਕੁ ਜਾਇਦਾਦ ਦਾ ਮਾਲਕ ਹੈ, ਕਿੰਨੀ ਕੁ ਗਰੀਬੀ ਹੈ ਇਹਦੇ ਵਿੱਚ, ਕਿੰਨੇ ਕੁ ਇੱਥੇ ਜੀ ਆ, ਤੇ ਮੇਰਾ ਆਉਣ ਵਾਲਾ ਸਮਾਂ ਕਿਹੋ ਜਿਹਾ ਆਉਣਾ। ਉਸ ਟਾਈਮ ਇਹਨੂੰ ਸਾਰਾ ਪਤਾ ਹੁੰਦਾ। ਜਿਵੇਂ ਅਸੀਂ ਇੱਕ ਫਿਲਮ ਸਾਈਨ ਕਰਦੇ ਹਾਂ, ਸਾਨੂੰ ਸਟੋਰੀ ਸੁਣਾਈ ਜਾਂਦੀ ਹੈ, ਇੱਕ ਸਿਸਟਮ ਹੈ ਜਿਹੜਾ ਜਦੋਂ ਤੁਸੀਂ ਸਮਾਧੀ 'ਚ ਜਾਓਗੇ ਤੁਹਾਨੂੰ ਇਹ ਅਨੁਭਵ ਹੋਊਗਾ। ਤੇ ਉਦੋਂ ਉਹ ਜੀਵ ਆ ਜਿਹੜਾ ਇੱਥੇ ਅਨੁਭਵ ਲੈਣ ਆਉਂਦਾ, ਕੋਈ ਗਰੀਬੀ ਦਾ, ਕੋਈ ਅਮੀਰੀ ਦਾ, ਕੋਈ ਕਾਸੇ ਦਾ, ਕੋਈ ਕਾਸੇ ਦਾ, ਉਹ ਸਾਰਾ ਕੁਝ ਸੁਖਮਨੀ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਕਲੀਅਰ ਕੀਤਾ। ਤੇ ਇੱਕ ਥਾਂ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਅਸੀਂ ਸਾਈਨ ਕਰਦੇ ਹਾਂ ਫਿਲਮ ਵਾਂਗੂ ਇਸ ਜਨਮ ਨੂੰ ਜਿੱਥੇ ਵੀ ਲੈਂਦੇ ਹਾਂ, ਤੇ ਉਹ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਕਿਵੇਂ ਪਤਾ। ਚਲੋ ਸਾਨੂੰ ਤਾਂ ਪਤਾ ਹੁਣ ਉਵੇਂ ਲੱਗਦਾ ਜਿਵੇਂ ਸਮਾਧੀ 'ਚ ਬਹਿ ਕੇ ਆਪਾਂ ਕਰਦੇ ਹਾਂ ਅਰਦਾਸ ਬੇਨਤੀ, ਪਰ ਉਹਦਾ ਵਿਅਵਰਾ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਿੱਤਾ। ਜਦੋਂ ਮਨੁੱਖ ਨੂੰ ਸਮਝਾਉਣਾ ਕਰਦੇ ਆ ਨਾ ਕਿ ਦੱਦਾ ਦੋਸ ਨਾ ਦਿਉ ਕਿਸੇ ਦੋਸ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀ ਜੈ ਅਵਰਜਨਾ।
ਉੱਥੇ ਸਤਿਗੁਰੂ ਉਹੀ ਗੱਲ ਦੱਸ ਰਹੇ ਆ ਕਿ ਹੁਣ ਜੇ ਤੇਰੇ ਇੱਥੇ ਸੈਟਿੰਗਾਂ ਕੋਈ ਗਲਤ ਹੋ ਰਹੀਆਂ, ਠੀਕ ਹੋ ਰਹੀਆਂ, ਤੇਥੋਂ ਠੀਕ ਨਹੀਂ ਆ ਰਹੀਆਂ, ਇਹ ਦੋਸਤ ਤੂੰ ਕਿਸੇ ਨੂੰ ਨਾ ਦੇ। ਤੈਨੂੰ ਉਹੋ ਜੀ ਜਗ੍ਹਾ, ਉਹੋ ਜਿਹਾ ਪਰਿਵਾਰ ਮਿਲਿਆ ਜਿਹੜਾ ਤੂੰ ਸਾਈਨ ਕੀਤਾ, ਤੇ ਉਹ ਸਾਈਨ ਕਰਨ ਦੇ ਪਿੱਛੇ ਕੀ ਕੀ ਕਾਰਨ ਹੁੰਦੇ ਆ, ਉਹ ਬਹੁਤ ਵੱਡਾ ਵਿਸ਼ਾ ਉਹ ਸਤਿਗੁਰੂ ਰਹਿਮਤ ਕਰਨ ਆਪਾਂ ਆਉਣ ਵਾਲੇ ਦਿਨਾਂ 'ਚ ਜਿਹੜੀ ਸਤਸੰਗਾਂ ਦੀ ਲੜੀ ਸ਼ੁਰੂ ਕਰ ਰਹੇ ਆ ਕਿ ਲੜੀਵਾਰ ਕੱਲੇ ਵਾਕ ਦੇ ਅਰਥ ਕਰਦਿਆਂ ਹੋਇਆ ਉਹ ਸਾਰੀ ਥਿਉਰੀ ਜਿਹੜੀ ਅਗਲੇ ਪਿਛਲੇ ਜਨਮਾਂ ਨਾਲ ਸੰਬੰਧਿਤ ਸਤਿਗੁਰੂ ਸਮਝਾਉਣੀ ਚਾਹੁੰਦੇ ਇਹਦੇ 'ਚ ਦੱਸਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਾਂ ਜ਼ਿਕਰ ਕਰਦੇ ਰਵਾਂਗੇ। ਅੱਜ ਆਪਾਂ ਆਪਣੀ ਗੱਲ ਕਰੀਏ ਕਿ ਆਪਾਂ ਨੂੰ ਫਿਰ ਸਤਿਗੁਰੂ ਕੀ ਕਹਿੰਦੇ ਆ। ਕਹਿੰਦੇ ਜੀਵ ਜਦੋਂ ਸੰਸਾਰ 'ਚ ਆਇਆ ਹੁੰਦਾ ਉਹਦੇ ਕੋਲੇ ਵਾਪਸ ਜਾਣ ਵਾਸਤੇ ਇੱਕ ਸਭ ਤੋਂ ਵੱਡੀ ਅਵਸਰ ਹੁੰਦੀ ਹੈ। ਜਿਵੇਂ ਜੰਗ ਯੁੱਧ ਦੇ ਵਿੱਚ ਵੀ ਜੇ ਕੋਈ ਹੱਥ ਖੜੇ ਕਰ ਦੇ, ਹਾਰ ਮੰਨ ਲਵੇ ਜਾਂ ਚਿੱਟਾ ਝੰਡਾ ਚੜਾ ਦੇਵੇ, ਜਿਵੇਂ ਪਹਿਲਾਂ ਇੱਕ ਪ੍ਰੋਟੋਕਾਲ ਸੀਗਾ ਤੇ ਉਹਨੂੰ ਕੁਝ ਕਿਹਾ ਨਹੀਂ ਜਾਂਦਾ, ਬਖਸ਼ ਦਿੱਤਾ ਜਾਂਦਾ। ਜੇ ਕੋਈ ਵਾਪਸੀ ਕਰਨੀ ਚਾਹੁੰਦਾ ਤਾਂ ਵਾਪਸ ਹੋ ਸਕਦਾ। ਤਾਂ ਉਹ ਸਤਿਗੁਰੂ ਕੀ ਕਰਦੇ ਆ, ਸਤਿਗੁਰੂ ਕਹਿੰਦੇ ਵੀ ਤੁਹਾਡੇ ਨਾਲ ਫਿਰ ਤੁਹਾਡੇ ਜਿਹੜੇ ਸੰਬੰਧੀ ਐਸੇ ਹਨ ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਤੁਹਾਡੇ ਵੱਡੇ ਵਡੇਰੇ ਆ, ਸਿੰਘ ਸ਼ਹੀਦ ਹੈ, ਤੁਹਾਡੇ ਸਪਿਰਿਟ ਗਾਈਡ ਹੈ, ਉਹ ਹਰ ਵੇਲੇ ਨਿਗਰਾਨੀ ਰੱਖ ਕੇ ਤੁਹਾਨੂੰ ਕੋਸ਼ਿਸ਼ ਕਰਦੇ ਆ ਚੰਗੇ ਪਾਸੇ ਮੋੜਨ ਦੀ, ਕਿ ਤੁਸੀਂ ਬਿਲਕੁਲ ਵੀ ਸਾਰਾ ਕੁਝ ਵਿਸਾਰ ਕੇ ਕਿਤੇ ਸੰਸਾਰ ਦੇ ਅਤੀ ਨੀਵੇਂ ਪਾਸੇ ਨਾ ਚਲੇ ਜਾਓ। ਜਿੰਨੀ ਕਿ ਤੁਹਾਡੀ ਪਹੁੰਚ ਹੈਗੀ, ਜਿੱਦਾਂ ਕਿ ਤੁਹਾਨੂੰ ਅਹੁਦਾ ਦਿੱਤਾ ਹੋਇਆ, ਉਹ ਤੋਂ ਵੀ ਕਿਤੇ ਥੱਲੇ ਨਾ ਖਿਸਕ ਜਾਓ। ਤੁਸੀਂ ਤਪ ਕਰਕੇ, ਤਪੱਸਿਆ ਕਰਕੇ, ਸੇਵਾ ਸਿਮਰਨ ਕਰਕੇ, ਨਾਮ ਜਪ ਕੇ ਜਿਹੜੀ ਉਪਾਧੀ ਨੂੰ ਪਾਉਣ ਆਇਓ, ਇੱਥੇ ਕਮਾਈਆਂ ਕਰਕੇ ਉੱਥੇ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਉਹਦੇ ਲਈ ਤੁਸੀਂ ਇਸ ਪਾਸੇ ਆ ਜਾਓ, ਗੁਰੂ ਵਾਲੇ ਪਾਸੇ। ਤਾਂ ਸਤਿਗੁਰੂ ਫਿਰ ਕਹਿੰਦੇ ਆ, ਕਹਿੰਦੇ ਜਦੋਂ ਤੁਹਾਡੇ ਤੇ ਕੋਈ ਕਿਰਪਾ ਹੁੰਦੀ ਹੈ ਨਾ, ਗੁਰ ਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਉਦੋਂ ਸਾਡੇ ਦਿਲ ਦੇ ਵਿੱਚ ਜਿਹੜੀ ਲੋਚਾ ਹੁੰਦੀ ਹੈ ਕਿ ਮੈਂ ਤਰ ਜਾਵਾਂ, ਮੈਂ ਵੀ ਗੁਰੂ ਦੇ ਲੜ ਲੱਗ ਜਾ, ਮੈਨੂੰ ਪਤਾ ਲੱਗ ਜੇ ਮੈਂ ਕੌਣ ਆ, ਮੈਨੂੰ ਸਮਝ ਆ ਜੇ ਕਿ ਇਹ ਸਿਸਟਮ ਕੀ ਆ। ਤਾਂ ਮਹਾਰਾਜ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਤਾਂ ਉਦੋਂ ਤੁਹਾਡੀ ਲੋਚਾ ਪੂਰੀ ਹੋਣੀ ਸ਼ੁਰੂ ਹੁੰਦੀ ਹੈ। ਤੁਸੀਂ ਇਸ ਪਾਸੇ ਨੂੰ ਆਉਣੇ ਹੋ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਫਿਰ ਤੁਸੀਂ ਗੁਰੂ ਦੀ ਕਿਰਪਾ ਸਦਕਾ, ਗੁਰੂ ਦੇ ਬਚਨਾਂ ਦੇ ਵਿੱਚ ਜੋ ਵਰਖਾ ਹੋ ਰਹੀ ਆ, ਅੰਮ੍ਰਿਤਮਈ ਵਰਖਾ, ਉਹਦਾ ਵੀ ਇਸ਼ਨਾਨ ਕਰਦੇ ਹੋ। ਜੋ ਪਾਣੀ ਪਿਤਾ ਹੈ ਉਹਨੂੰ ਟੱਚ ਕਰਕੇ ਉਹਦਾ ਵੀ ਇਸ਼ਨਾਨ ਕਰਦੇ ਹੋ। ਉਹ ਪਿਤਾ 'ਚ ਐਡੀਆਂ ਵੱਡੀਆਂ ਪਾਵਰਾਂ ਪਾਣੀ ਪਿਤਾ ਦੀਆਂ ਕਿ ਤੁਹਾਡੇ ਜਿਹੜੇ ਆਭਾ ਮੰਡਲ ਦੇ ਵਿੱਚ ਦੂਸ਼ਿਤ ਜਿਹੜੇ ਕੀਟਾਣੂ ਰਲ ਜਾਂਦੇ ਆ, ਨਜ਼ਰਾਂ ਦੇ, ਫਜਰਾਂ ਦੇ, ਸਮਾਜ ਦੀਆਂ ਗਲਤ ਕਟਾਕਸ਼ ਦੇ, ਉਹਨੂੰ ਜਿਹੜਾ ਪਾਣੀ ਹੈ ਧੋ ਕੇ ਦੂਰ ਕਰ ਦਿੰਦਾ, ਤੁਹਾਡੇ ਆਭਾ ਮੰਡਲ ਨੂੰ ਸਾਫ਼ ਕਰ ਦਿੰਦਾ। ਇਸੇ ਕਾਰਨ ਸਾਡੇ ਸਤਿਗੁਰਾਂ ਨੇ ਬੌਲੀ ਸਾਹਿਬ ਬਣਾਏ, ਸਰੋਵਰ ਬਣਵਾਏ ਕਿ ਵੱਧ ਤੋਂ ਵੱਧ ਬੰਦਾ ਇਸ਼ਨਾਨ ਕਰੇ। ਇਸ਼ਨਾਨ ਘੱਟ ਤੋਂ ਘੱਟ 20 ਮਿੰਟ ਹਰ ਬੰਦੇ ਨੂੰ ਜ਼ਰੂਰ ਕਰਨਾ ਚਾਹੀਦਾ, ਤਾਂ ਕਿ ਸਾਡਾ ਜਿਹੜਾ ਔਰਾ ਸਾਡੇ ਸਰੀਰ ਤੋਂ ਬਾਹਰ ਕਈ ਫੁੱਟ ਤੱਕ ਹੁੰਦਾ ਤੇ ਉਹ ਦੂਸ਼ਿਤ ਨਾ ਹੋਵੇ ਤੇ ਉਹ ਸਾਫ਼ ਹੋ ਜਾਵੇ। ਤੁਸੀਂ ਕਦੇ ਦੇਖਿਆ ਹੋਣਾ ਕਿ ਜੇ ਇੱਕ ਖਾਸ ਦੂਰੀ ਤੇ ਬੰਦਾ ਖੜਾ ਤਾਂ ਤੁਸੀਂ ਠੀਕ ਖੜੇ ਸਹੀ ਗੱਲਬਾਤ ਕਰਦੇ ਹੋ, ਪਰ ਜੋ ਥੋੜਾ ਜਿਹਾ ਵੀ 2 ਇੰਚ 4 ਇੰਚ ਉੱਥੋਂ ਅੱਗੇ ਹੋਰ ਹੋ ਜੇ ਤਾਂ ਤੁਹਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਉੱਥੋਂ ਤੱਕ ਤੁਹਾਡਾ ਆਭਾ ਮੰਡਲਾ ਕੋਈ ਬੰਦਾ ਤੁਹਾਡੇ ਆਭਾ ਮੰਡਲ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਿਹਾ ਤਾਂ ਤੁਹਾਨੂੰ ਉੱਥੇ ਘਬਰਾਹਟ ਹੁੰਦੀ ਹੈ। ਤਾਂ ਮਹਾਰਾਜ ਕਹਿੰਦੇ ਇਸ਼ਨਾਨ ਜ਼ਰੂਰ ਕਰਕੇ, ਤੇ ਇਸ ਇਸ਼ਨਾਨ ਨਾਲ ਤੁਸੀਂ ਆਪਣੇ ਆਪੇ ਦੇ ਵਿੱਚ ਆਉਣੇ ਹੋ, ਆਪਣੇ ਗ੍ਰਹਿ ਆਉਣੇ ਹੋ। ਤੁਹਾਡੀ ਚੇਤਨਾ ਜਿਹੜੀ ਜੀਵ ਆਤਮਾ, ਉਹਨੂੰ ਇੱਕ ਠੰਡਕ ਮਹਿਸੂਸ ਹੁੰਦੀ ਹੈ ਅੰਦਰੋਂ ਵੀ। ਉਹ ਪਾਣੀ ਪਿਤਾ ਦੇ ਲੜ ਲੱਗ ਕੇ ਅੰਦਰ ਸ਼ਾਂਤੀ ਮਹਿਸੂਸ ਕਰਦੀ ਹੈ, ਕਿਉਂਕਿ ਅੰਦਰ ਵੀ 70% ਸਾਡੇ ਜਾਲੀ ਹੈ। ਕਰ ਇਸ਼ਨਾਨ ਗ੍ਰਹਿ ਆਏ, ਫਿਰ ਹੋਊਗਾ ਕਿ ਆਨੰਦ ਮੰਗਲ ਸੁਖ ਪਾਏ। ਜਿਵੇਂ ਜਿਵੇਂ ਸਾਡੀ ਜੀਵ ਚੇਤਨਾ ਗੁਰੂ ਦੀ ਗੱਲ ਮੰਨ ਕੇ, ਉਹ ਜਿਹੜਾ ਇੱਕੋ ਹੀ ਸਰਬ ਵਿਆਪੀ ਸੱਚ ਹੈ, ਜਿਹੜਾ ਆਦਿ ਤੋਂ ਸੱਚ ਹੈ, ਜੁਗਾਂ ਤੋਂ ਸੱਚ ਹੈ, ਹੁਣ ਵੀ ਸੱਚ ਹੈ, ਨਾਨਕ ਹੋਸੀ ਵੀ ਸੱਚ ਜਿਹਨੂੰ ਕਿਹਾ, ਉਹ ਇੱਕ ਓੰਕਾਰ ਹੈ। ਇਹੀ ਸੱਚਾ ਨਾਮ ਹੈ। ਇਸੇ ਨੂੰ ਸਤਿਗੁਰਾਂ ਨੇ ਇੱਕ ਓੰਕਾਰ ਸਤਨਾਮ ਕਿਹਾ। ਇਸੇ ਨੂੰ ਸਾਡੇ ਸਾਰੇ ਭਾਰਤ ਵਰਸ਼ ਦੇ ਸੰਤਾਂ ਭਗਤਾਂ ਨੇ ਸਭ ਨੇ ਮੰਨਿਆ ਕਿ ਉਹ ਇੱਕ ਓੰਕਾਰ ਹੀ ਹੈ, ਜਿਹਦਾ ਸਰਬ ਵਿਆਪਕ ਹੈ, ਜਿਹਦੀ ਬਣਾਈ ਇਹ ਸਾਰੀ ਸ੍ਰਿਸ਼ਟੀ, ਖੰਡ ਬ੍ਰਹਮੰਡ ਚੱਲ ਰਹੇ ਹੈ। ਜਿਵੇਂ ਜਿਵੇਂ ਤੁਸੀਂ ਉਹਦੀ ਨੇੜਤਾ ਦੇ ਵਿੱਚ ਆਉਣੇ ਹੋ, ਗੁਰੂ ਦੀ ਗੱਲ ਮੰਨ ਕੇ ਤੁਸੀਂ ਬੈਠਣਾ ਸ਼ੁਰੂ ਕਰਦੇ ਹੋ, ਗੁਰੂ ਦੀ ਗੱਲ ਮੰਨ ਕੇ ਤੁਸੀਂ ਆਉਂਦੇ ਜਾਂਦੇ ਸਵਾਸਾਂ ਨੂੰ ਵੇਖਦੇ ਹੋ, ਪਾਉਣ ਗੁਰੂ ਦੇ ਚਰਨਾਂ 'ਚ ਧਿਆਨ ਧਰਦੇ ਹੋ, ਪਾਣੀ ਪਿਤਾ ਨਾਲ ਪਿਆਰ ਪਾਉਣੇ ਹੋ, ਧਰਤੀ ਮਾਤਾ ਨਾਲ ਪਿਆਰ ਪਾ ਕੇ ਇਹਦਾ ਸਤਿਕਾਰ ਕਰਕੇ ਚੱਲਦੇ ਹੋ, ਤਾਂ 4 ਸਪੇਰੇ ਖੁਸ਼ੀਆਂ ਜਿਨ੍ਹਾਂ ਮਾਤਾ ਪਿਤਾ ਨੇ ਜਨਮ ਦਿੱਤਾ ਉਹਨਾਂ ਦਾ ਪਿਆਰ ਸਤਿਕਾਰ, ਜਿਹੜੇ ਜਗਤ ਦੇ ਮਾਤਾ ਪਿਤਾ ਪਾਣੀ ਪਿਤਾ ਮਾਤਾ ਧਰਤੀ ਆ ਤੇ ਸਵਾਸ ਗੁਰੂ ਆ, ਜਦੋਂ ਇਹਦਾ ਤੁਸੀਂ ਸੰਗ ਕਰ ਲੈਂਦੇ ਹੋ ਤਾਂ ਤੁਹਾਨੂੰ ਦਿਨੋਂ ਦਿਨ ਆਨੰਦ, ਦਿਨੋਂ ਦਿਨ ਮੰਗਲ ਤੇ ਸੁੱਖ ਆ ਜਿਹੜੇ ਤੁਹਾਡੇ ਅੰਦਰੋਂ ਹੀ ਪੈਦਾ ਹੋਣੇ ਸਤਿਗੁਰੂ ਕਹਿੰਦੇ ਸ਼ੁਰੂ ਹੋ ਜਾਂਦੇ ਆ। ਕਹਿੰਦੇ ਸੁਣੋ ਫਿਰ ਜਿਹੜੇ ਤੁਸੀਂ ਸੁਣਨ ਲੱਗੇ, ਤੁਹਾਨੂੰ ਕਿੰਨਾ ਪਿਆਰਾ ਲਫ਼ਜ਼ ਵਰਤਿਆ, ਜਿਹੜੇ ਗੁਰੂ ਦੀ ਸ਼ਰਨ ਆ ਜਾਂਦੇ ਹੋ,
ਗੁਰੂ ਦੀ ਗੱਲ ਮੰਨ ਕੇ ਸਾਧਨਾ ਕਰਦੇ ਹੋ, ਗੁਰੂ ਦੀ ਗੱਲ ਮੰਨ ਕੇ ਪ੍ਰਾਪਤੀਆਂ ਕਰਦੇ ਹੋ। ਮਹਾਰਾਜ ਕਹਿੰਦੇ ਸੰਤ ਹੋ, ਰਾਮ ਨਾਮ ਨਿਸਤਰੀਐ, ਰਾਮ ਦਾ ਨਾਮ ਲੈ ਕੇ ਨਿਸਤਾਰਾ ਹੋਣਾ ਹੈ। ਇਹ ਰਾਮ ਦੀ ਜਿਹੜੀ ਧੁਨੀ ਹੈ ਇਹ ਇੱਕ ਓਂਕਾਰ ਦੇ ਵਿੱਚੋਂ ਹੀ ਨਿਕਲਦੀ ਹੈ ਤੇ ਇੱਕ ਓਂਕਾਰ ਦੇ ਕੋਲ ਹੀ ਲੈ ਜਾਂਦੀ ਹੈ। ਕਹਿੰਦੇ ਇਹਨੂੰ ਜਪਦਿਆਂ ਹੋਇਆਂ ਇਹ ਧੁਨੀਆਂ ਤੋਂ ਸ਼ੁਰੂ ਕਰਾਇਆ ਜਾਂਦਾ ਜਿਹੜੀਆਂ ਦੂਰੋਂ ਚੱਲ ਕੇ ਨੇੜੇ ਉਹਦੇ ਵਿੱਚ ਸਮਾ ਜਾਂਦੀਆਂ। ਰਾਮ ਹੈ, ਵਾਹਿਗੁਰੂ ਹੈ, ਹਰੀ ਹੈ, ਅੱਲਾ, ਗੌਡ, ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਉਹ ਸਭ ਧੁਨੀਆਂ। ਤੁਹਾਨੂੰ ਜਿਹੜੀ ਧੁਨੀ ਫਿੱਟ ਆਉਂਦੀ ਹੈ, ਜਿਹੜੀ ਤੁਹਾਨੂੰ ਗੁਰੂ ਨੇ ਗੁਰਮੰਤਰ ਦਿੱਤਾ ਹੈ, ਉਹ ਗੁਰਮੰਤਰ ਨੂੰ ਜਪਦਿਆਂ ਹੋਇਆਂ ਤੁਸੀਂ ਉਹਦੇ ਨੇੜ ਜਾਣਾ, ਨਿਰਭਉ ਹੋਣਾ, ਨਿਰਵੈਰ ਹੋਣਾ। ਸੰਤ ਹੋ ਰਾਮ ਨਾਮ ਨਿਸਤਰੀਐ, ਊਠਤ ਬੈਠਤ ਹਰ ਹਰ ਧਿਆਈਐ। ਦੇਖੋ ਮਹਾਰਾਜ ਕਹਿੰਦੇ ਹਰ ਵੇਲੇ ਤੁਹਾਡੇ ਚਿੱਤ ਦੇ ਵਿੱਚ ਉਸ ਪਰਮ ਪਿਤਾ ਪ੍ਰਮਾਤਮਾ ਦੀ, ਹਰੀ ਦੀ ਯਾਦ ਚੱਲਦੀ ਰਹੇ। ਉੱਠਦਿਆਂ ਬਹਿੰਦਿਆਂ ਹਰ ਵੇਲੇ ਹਰ ਹਰ ਕਰਦੇ ਰਹੋ, ਰਾਮ ਰਾਮ ਕਰਦੇ ਰਹੋ, ਵਾਹਿਗੁਰੂ ਵਾਹਿਗੁਰੂ ਕਰਦੇ ਰਹੋ, ਤਾਂ ਕਿ ਇੱਥੇ ਗੁਰੂ ਜਦੋਂ ਗੱਲ ਕਰ ਰਹੇ ਆ ਨਾ, ਜਿਹੜੀ ਬਾਣੀ ਦੀ ਰਚਨਾ ਰਚੀ ਗਈ ਹੈ, ਇਹਨੂੰ ਅਸੀਂ ਅੱਜ ਥੋੜਾ ਕਿਸੇ ਹੋਰ ਢੰਗ ਨਾਲ ਵੇਖਦੇ ਹਾਂ। ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਤੋਂ ਪੁੱਛਾਂਗੇ, ਉਹ ਕਹਿਣਗੇ ਇਹ ਪੂਰੀ ਮਾਨਵਤਾ, ਪੂਰੀ ਮਨੁੱਖਤਾ ਜੋ ਹੋ ਚੁੱਕੀ ਹੈ ਇਦੋਂ ਪਹਿਲਾਂ, ਉਹ ਜਿਹੜੀ ਉਦੋਂ ਹਾਜ਼ਰ ਸੀ ਸਤਿਗੁਰਾਂ ਵੇਲੇ ਤੇ ਜਿਹੜੀ ਲੱਖਾਂ ਕਰੋੜਾਂ ਸਾਲਾਂ ਨੂੰ ਆਊਗੀ, ਉਸ ਮਨੁੱਖਤਾ ਨੂੰ ਵੀ ਸੰਬੋਧਨ ਹੋ ਕੇ ਲਿਖਿਆ ਗਿਆ ਇਹ ਸਰੂਪ ਹੈ। ਊਠਤ ਬੈਠਤ ਹਰ ਹਰ ਧਿਆਈਐ, ਅਣ ਦਿਨ ਸੋ ਕਿਰਤ ਕਰੀਐ। ਮਹਾਰਾਜ ਕਹਿੰਦੇ ਹਰ ਵੇਲੇ ਹਰ ਸਕਿੰਟ ਮਿੰਟ ਉਹਨੂੰ ਧਿਆਉਂਦਿਆਂ ਹੋਇਆਂ, ਉੱਠਦਿਆਂ ਬਹਿੰਦਿਆਂ ਕੀ ਕਰਨਾ ਹੈ? ਚੰਗੀ ਕਿਰਤ, ਸੁਕਿਰਤ। ਸੁਕਿਰਤ ਕੀ ਆ? ਸਾਨੂੰ ਪੇਟ ਲਾ ਕੇ ਤੋਰਿਆ ਦਾਤੇ ਨੇ, ਇਹ ਮੰਗਦਾ ਰੋਜ਼ ਖਾਣ ਨੂੰ, ਕਿਉਂਕਿ ਇਹ ਪ੍ਰਾਣ ਸ਼ਕਤੀ ਹੈ ਜਿਹੜੀ ਇਹ ਅੰਨ ਨਾਲ ਚੱਲਦੀ ਹੈ। ਪ੍ਰਾਣਾਂ ਦੇ ਸਿਰ ਤੇ ਸਾਡੀ ਜੀਵ ਆਤਮਾ ਜਿਉਂਦੀ ਹੈ। ਪ੍ਰਾਣ ਸਾਨੂੰ ਬਾਹਰੋਂ ਮਿਲਦੇ ਆ, ਜੇ ਸਾਡਾ ਪੌਣ ਸ਼ੁੱਧ ਹੋਊ, ਹਵਾ ਸ਼ੁੱਧ ਹੋਊ, ਪਵਨ ਗੁਰੂ ਸ਼ੁੱਧ ਹੋਊ, ਜੇ ਸਾਡਾ ਪਾਣੀ ਪਿਤਾ ਸ਼ੁੱਧ ਹੋਊ, ਮਾਤਾ ਧਰਤੀ ਦੀ ਜਿਹੜੀ ਆਭਾ ਮੰਡਲ ਸ਼ੁੱਧ ਹੋਊ, ਤਾਂ ਸਾਡੇ ਅੰਦਰ ਦਾ ਸਾਰਾ ਕੁਝ ਸ਼ੁੱਧ ਹੋਣਾ। ਇਹਨੂੰ ਸ਼ੁੱਧ ਕਰਨ ਖਾਤਰ ਕਿ ਅਸੀਂ ਜਿਹੜੀ ਕਿਰਤ ਕਰਨੀ ਹੈ, ਉਹ ਕਿਰਤ ਤੋਂ ਜੋ ਅਸੀਂ ਖਾਂਦੇ ਆ ਪੀਂਦੇ ਆ ਉਹ ਤੋਂ ਸਾਰਾ ਕੁਝ ਬਣਦਾ। ਤੇ ਉਹ ਕਹਿੰਦੇ ਸੁਕਿਰਤ ਕਰੀਏ, ਚੰਗੀ ਕਿਰਤ ਜਿਹਦੇ ਚ ਕਿਸੇ ਦੀਆਂ ਦੁਰਭਾਵਨਾਵਾਂ ਨਾ ਹੋਣ, ਰਿਸ਼ਵਤਾਂ ਦਾ ਪੈਸਾ ਨਾ ਹੋਵੇ, ਠੱਗੀਆਂ ਠੋਰੀਆਂ ਦਾ ਨਾ ਹੋਵੇ, ਲੋਕਾਂ ਦੇ ਪੁੱਤਾਂ ਨੂੰ ਮਾਰ ਕੇ ਨਸ਼ੇ ਵੇਚ ਕਮਾਇਆ ਪੈਸਾ, ਉਹ ਸੁਕਿਰਤ ਨਹੀਂ ਹੈ। ਮਹਾਰਾਜ ਕਹਿੰਦੇ ਕਿਰਤ ਕਰੀਏ, ਸੁਕਿਰਤ ਕਰੀਏ, ਤਾਂ ਕਿ ਸਾਡੇ ਜੋ ਵੀ ਆ ਰਿਹਾ ਸਾਡੇ ਨੇੜ, ਹਰ ਪੈਸਾ ਕੱਲਾ ਪੈਸਾ ਨਹੀਂ ਹੁੰਦਾ, ਉਹ ਭਾਵਨਾਵਾਂ ਵੀ ਨਾਲ ਲੈ ਕੇ ਚੱਲਦਾ। ਤੇ ਮਹਾਰਾਜ ਕਹਿੰਦੇ ਗੁਰਸਿੱਖ ਨੇ, ਧਿਆਉਣ ਵਾਲੇ ਨੇ, ਸਿੱਧੇ ਰਸਤੇ ਜਾਣ ਵਾਲੇ ਇਨਸਾਨ ਨੇ ਹਮੇਸ਼ਾ ਹੀ ਉੱਠਦਿਆਂ ਬਹਿੰਦਿਆਂ ਹਰੀ ਹਰੀ ਕਹਿਣਾ ਤੇ ਸੁਕਿਰਤ ਕਰਨੀ ਹੈ। ਰਹਾਓ। ਫਿਰ ਮਹਾਰਾਜ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਸੰਤਾਂ ਦਾ ਮਾਰਗ ਕੀ ਆ? ਕਹਿੰਦੇ ਧਰਮ ਕੀ ਪੌੜੀ। ਧਰਮ ਕੀ ਆ? ਗੁਰੂ ਨਾਨਕ ਸਾਹਿਬ ਕਹਿੰਦੇ ਉਹਦਾ ਹੁਕਮ। ਉਹਦੇ ਹੁਕਮ ਦੇ ਵਿੱਚ ਇੱਕ ਸਿਸਟਮ ਚੱਲ ਰਿਹਾ ਸੰਸਾਰ ਤੇ, ਉਹ ਸਿਸਟਮ ਨੂੰ ਹੌਲੀ ਹੌਲੀ ਸਮਝਣਾ, ਉਹ ਸਿਸਟਮ ਦੇ ਅਨੁਸਾਰ ਜ਼ਿੰਦਗੀ ਜਿਉਣੀ। ਤਾਂ ਮਹਾਰਾਜ ਕਹਿੰਦੇ ਜਦੋਂ ਤੁਸੀਂ ਉਹਦੇ ਅਨੁਸਾਰ ਜਿਉਣੇ ਹੋ, ਤੁਸੀਂ ਫੇਰ ਹੀ ਸੰਤ ਬਣਦੇ ਹੋ, ਫੇਰ ਹੀ ਤੁਸੀਂ ਉਹ ਮਾਰਗ ਨੂੰ ਚੁਣਦੇ ਹੋ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਉਹਦੇ ਬਾਰੇ ਹੀ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਗਿਆ ਕਿ ਉਹ ਸਿਸਟਮ ਕੀ ਆ, ਉਹ ਧਰਮ ਕੀ ਆ, ਤੇ ਧਰਮਰਾਜ ਕੌਣ ਆ, ਕਰਤੇ ਪੁਰਖ ਨੇ ਇਹ ਕਿਵੇਂ ਬਣਾਇਆ, ਸਾਰਾ ਕੁਝ ਕਿਵੇਂ ਇੰਨਾ ਕੁਝ ਚੱਲ ਰਿਹਾ ਸੰਸਾਰ ਤੇ ਕਿ ਅਸੀਂ ਕਿਤੇ ਵੀ ਬੀ ਪਾਉਣੇ ਆ, ਉਹ 20 ਹਜ਼ਾਰਾਂ ਬੀਆਂ ਨੂੰ ਹੋਰ ਲਿਆ ਆਉਂਦਾ। ਉਹੀ ਕੇਲੇ ਦਾ ਫਲ ਬੰਦਾ ਖਾਂਦਾ ਬੰਦਾ ਬਣ ਜਾਂਦਾ, ਔਰਤ ਖਾਂਦੀ ਹੈ ਔਰਤ ਬਣ ਜਾਂਦੀ ਹੈ, ਗਊ ਕੇਲਾ ਖਾਲੇ ਗਊ ਬਣ ਜਾਂਦੀ ਹੈ। ਕੌਣ ਕਨਵਰਟ ਕਰਦਾ ਇੰਨੇ ਸਾਰੇ ਕਾਸੇ ਨੂੰ? ਕਿੰਨਾ ਕੁਛ ਆਪਣੇ ਆਪ ਆਟੋਮੈਟਿਕ ਹੋ ਰਿਹਾ। ਜਿੱਦੇ ਤੁਸੀਂ ਇਹ ਨਿਯਮ ਨੂੰ ਸਮਝ ਜਾਓਗੇ, ਹੁਕਮ ਨੂੰ ਸਮਝ ਜਾਓਗੇ। ਸਤਿਗੁਰੂ ਕਹਿੰਦੇ ਨਾਨਕ ਹੁਕਮ ਹੈ ਜੋ ਬੁੱਝੈ ਤਾਂ ਹੋਮੈ ਕਹੈ ਨਾ ਕੋਈ। ਜਿੱਦੇ ਹੁਕਮ ਦੀ ਸਮਝ ਆ ਜਾਂਦੀ ਹੈ ਨਾ, ਧਰਮ ਦੀ ਸਮਝ ਆ ਜਾਂਦੀ ਹੈ, ਹੋਮੇ ਨੂੰ ਰਾਹ ਨਹੀਂ ਮਿਲਦਾ। ਕਿਉਂਕਿ ਹੋਮੇ ਪੈਂਦੀ ਹੁੰਦੀ ਆ ਅਣਜਾਣਪਣੇ 'ਚ, ਜਦੋਂ ਪਤਾ ਹੀ ਨਹੀਂ ਹੁੰਦਾ, ਉਹਨੂੰ ਭੁਲੇਖਾ ਹੁੰਦਾ ਸ਼ਾਇਦ ਮੇਰੇ ਕੀਤਿਆਂ ਕੁਝ ਹੋ ਰਿਹਾ। ਪਰ ਜਿੱਦੇ ਸਿਸਟਮ ਦੀ ਸਮਝ ਆਉਂਦੀ ਉਹਦੇ ਪਤਾ ਲੱਗਦਾ ਉਹਦੇ ਲਈ ਕੋਈ ਊਚ ਨਹੀਂ, ਕੋਈ ਨੀਚ ਨਹੀਂ, ਇੱਕ ਲਹਿ ਚੱਲ ਰਹੀ ਆ, ਓਂਕਾਰ ਦੀ ਲਹਿ ਚੱਲ ਰਹੀ ਹੈ, ਇੱਕ ਓਂਕਾਰ ਸਤਨਾਮ ਦੀ, ਉਹਦੇ ਅਨੁਸਾਰ ਹੀ ਸਾਰਾ ਕੁਝ ਹੋ ਰਿਹਾ। ਇਹ ਗੱਲ ਨੂੰ ਪਰ ਸਮਝਦਾ ਕੋਈ ਵੱਡੇ ਭਾਗਾਂ ਵਾਲਾ, ਜਿਹੜਾ ਸਤਸੰਗ ਕਰਦਾ, ਗੁਰਾਂ ਦੇ ਚਰਨਾਂ ਚ ਆਉਂਦਾ, ਪੜ੍ਹਦਾ ਸੁਣਦਾ। ਫਿਰ ਮਹਾਰਾਜ ਕਹਿੰਦੇ ਹੋਣਾ ਕੀ ਹੈ ਭਾਈ? ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਨੀ ਚਿਤ ਲਾਏ। ਹੁਣ ਉਹ ਸਿਸਟਮ ਦੇ ਅਧੀਨ ਹੀ ਸਾਡੇ ਜਨਮਾਂ ਦੇ ਕਿਲ ਵਿਖ ਇਕੱਠੇ ਹੋ ਜਾਂਦੇ ਆ। ਸਾਡੇ ਜਿਹੜੇ ਕੀਤੇ ਹੋਏ ਕਾਰਜ ਹੈ ਉਹਨਾਂ ਦੇ ਫਲ ਇਕੱਤਰ ਹੋ ਜਾਂਦੇ ਆ, ਤੇ ਫਿਰ ਉਹਨਾਂ ਨੂੰ ਡਿਲੀਟ ਕਿਵੇਂ ਕਰੀਦਾ? ਇਹ ਤਾਂ ਸਾਨੂੰ ਪਤਾ ਹੀ ਹੈ ਨਾ ਕਿ ਜਦੋਂ ਕੋਈ ਕੰਪਨੀ ਕਿਸੇ ਵੀ ਚੀਜ਼ ਨੂੰ ਬਣਾਉਂਦੀ ਹੈ, ਜੇ ਅਸੀਂ ਅੱਜ ਦੀ ਉਦਾਹਰਨ ਲੱਗੇ ਤਾਂ ਜੇ ਮੋਬਾਈਲ ਫੋਨ ਸਾਨੂੰ ਦਿੱਤੇ ਆ ਤੇ ਸਾਡੇ ਕੋਲ ਡਾਊਨਲੋਡ ਹੋ ਵੀਡੀਓ ਆਡੀਓ ਬਹੁਤ ਕੁਝ ਆਉਂਦਾ,
ਉਹ ਸਾਡੇ ਕਰਮ ਆ, ਉਹ ਸਾਡੇ ਕਿਲ ਵਿਖ ਕੱਟੇ ਹੋ ਗਏ, ਸਾਡੀ ਮੈਮਰੀ ਭਰ ਗਈ। ਪਰ ਜੇ ਅਸੀਂ ਸਮਝ ਕੇ ਦੇਖ ਗਏ, ਉਹਨੂੰ ਪੁੱਛ ਗਏ, ਫੋਨ ਦੀ ਜਿਹੜੀ ਨਾਲ ਕਿਤਾਬ ਮਿਲਦੀ ਉਹਦੇ 'ਚ ਪੜ੍ਹ ਕੇ ਦੇਖ ਗਏ ਕਿ ਜੇ ਸਭ ਕੁਝ ਫੁੱਲ ਹੋ ਜਾਵੇ ਤਾਂ ਅਸੀਂ ਕਰੀਏ ਕੀ। ਤਾਂ ਉੱਥੇ ਫਿਰ ਇੱਕ ਦੱਸਿਆ ਜਾਊਗਾ ਕਿ ਭਾਈ ਇਹਦੇ 'ਚ ਡਿਲੀਟ ਦੀ ਵੀ ਆਪਸ਼ਨ ਹੈ, ਤੁਹਾਨੂੰ ਟਾਈਮ ਕੱਢ ਕੇ ਬਹਿਣਾ ਪੈਣਾ, ਬਹਿ ਕੇ ਫਿਰ ਉਹ ਕੱਲੀ ਕੱਲੀ ਚੀਜ਼ ਦੇਖ ਕੇ ਕਿਤੇ ਤੁਹਾਡੀ ਕੋਈ ਕੰਮ ਦੀ ਚੀਜ਼ ਡਿਲੀਟ ਨਾ ਹੋ ਜੇ, ਤੁਸੀਂ ਡਿਲੀਟ ਕਰ ਸਕਦੇ ਹੋ। ਫਿਰ ਕੀ ਹੁੰਦਾ, ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਲਨੀ ਚਿੱਤ ਲਾਏ। ਜਦੋਂ ਹੀ ਅਸੀਂ ਬਹਿ ਕੇ ਹਰੀ ਦੇ ਚਰਨਾਂ ਨਾਲ ਚਿੱਤ ਲਾਉਣੇ ਆ, ਜਿਹੜਾ ਗੁਰੂ ਨਾਨਕ ਸਾਹਿਬ ਨੇ ਦੱਸਿਆ, ਆਪਾਂ ਬਹੁਤ ਵਾਰ ਬਾਰੀ ਗੱਲ ਕਰਦੇ ਆ ਕਿ ਉਹ ਇੱਕ ਓਂਕਾਰ ਦੀ ਧੁਨੀ ਸਰਵ ਵਿਆਪਕ ਆ। ਜਦੋਂ ਹੀ ਅਸੀਂ ਚੌਂਕੜਾ ਲਾ ਕੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਕੇ, ਜਪਜੀ ਸਾਹਿਬ ਮਾਲਾ ਮੰਤਰ ਦਾ ਜਾਪ ਕਰਕੇ, ਗੁਰੂ ਦੇ ਦਿੱਤੇ ਹੋਏ ਗੁਰਮੰਤਰ ਦਾ ਜਾਪ ਕਰਕੇ, ਚਿੱਤ ਦੇ ਵਿੱਚ ਸਿਮਰਨ ਕਰਦੇ ਆ, ਚੁੱਪ ਹੋ ਕੇ ਆਉਂਦੇ ਜਾਂਦੇ ਸਵਾਸਾਂ ਨੂੰ ਵੇਖਦੇ ਆ, ਤਾਂ ਮਹਾ ਮੰਤਰ ਪੈਦਾ ਹੁੰਦਾ, ਸੋ ਹੰਗ। ਸਾਹ ਅੰਦਰ ਨੂੰ ਜਾਂਦਾ, ਸੋ ਬਾਹਰ ਨੂੰ ਆਉਂਦਾ ਹੰਗ। ਇਹਦੇ ਤੇ ਧਿਆਨ ਲਾਈ ਰੱਖਦੇ ਆ, ਗੁਰੂ ਚਰਨਾਂ ਦੇ ਵਿੱਚ ਧਿਆਨ ਲਾਉਣੇ ਆ। ਪਵਨ ਗੁਰੂ ਜਦੋਂ ਸਾਡੇ ਨਾਭੀ ਕੇਂਦਰ ਤੇ ਜਾਂਦਾ, ਉੱਥੋਂ ਤੱਕ ਸੁਰਤ ਨਾਲ ਲਿਜਾਨੇ ਆ, ਹਰੀ ਚਰਨਾਂ ਨਾਲ ਸਾਡਾ ਚਿੱਤ ਲੱਗ ਜਾਂਦਾ। ਉੱਥੇ ਚਿੱਤ ਲੱਗਣ ਨਾਲ ਸਾਨੂੰ ਸਾਰਾ ਸਿਸਟਮ ਕਲੀਅਰ, ਚਿੱਟਾ ਪ੍ਰਕਾਸ਼ ਦਿਸਣ ਲੱਗ ਜਾਂਦਾ। ਉਹ ਪ੍ਰਕਾਸ਼ ਦੇ ਵਿੱਚ ਜਿੱਥੇ ਜਿੱਥੇ ਕਾਲੇ ਬਿੰਦੂ ਆ, ਉਹ ਸਾਡੇ ਕਿਲ ਵੇਖਾ। ਤੇ ਉਦੋਂ ਸਾਡੇ ਕੋਲ ਇੱਕ ਆਪਸ਼ਨ ਆ ਕਿ ਧਿਆਨ ਨਾਲ ਜੀਤੇ ਵੀ ਦ੍ਰਿਸ਼ਟੀ ਪਾਤੀ, ਉਹ ਗੁਰਸਿੱਖ ਨੇ, ਉਹ ਸੰਤ ਨੇ ਜਿਹੜਾ ਜੁੜ ਗਿਆ ਹਰੀ ਨਾਲ, ਉਹ ਕਾਲੇ ਜਿਹੜੇ ਬਿੰਦੂ ਆ ਡਿਲੀਟ ਹੋਣੇ ਸ਼ੁਰੂ ਹੋ ਜਾਂਦੇ ਆ, ਜਿਹੜੇ ਸਾਨੂੰ ਜਿਵੇਂ ਦਿਸੇ ਸਮਾਧੀ 'ਚ। ਤੇ ਉਹ ਡਿਲੀਟ ਹੁੰਦਿਆਂ ਪਿਛਲੇ ਜਨਮਾਂ ਦੇ ਆ, ਭਾਵੇਂ ਇਸ ਜਨਮ ਦੇ ਆ, ਉਹ ਸਾਰੇ ਹੀ ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਲਨੀ ਚਿੱਤ ਲਾਏ। ਹਰੀ ਦੇ ਚਰਨਾਂ ਨਾਲ ਚਿੱਤ ਲੱਗਦਾ ਆਉਂਦੇ ਜਾਂਦੇ, ਸਵਾਸਾਂ ਨੂੰ ਧਿਆਨ ਨਾਲ ਵੇਖਣ ਨਾਲ, ਚਰਨਾਂ ਨਾਲ ਪਿਆਰ ਪਾਉਣ ਨਾਲ। ਤੇ ਜਦੋਂ ਹੀ ਪ੍ਰਕਾਸ਼ ਵਾਲੀ ਜੋਤ ਤੁਹਾਨੂੰ ਮਿਲ ਜਾਂਦੀ ਆ, ਉਹ ਜਿਹੜੀ ਜੋਤ ਆ, ਜਿਹੜਾ ਪ੍ਰਕਾਸ਼ ਆ, ਜਿਹੜੀ ਲਾਈਟ ਆ, ਜਦੋਂ ਤੁਸੀਂ ਆਪਣੇ ਜਨਮਾਂ ਦੇ ਕਰਮਾਂ ਤੇ ਮਾਰਦੇ ਹੋ, ਤਾਂ ਉਹ ਜਿਹੜੇ ਕਾਲੇ ਕਾਲੇ ਬਿੰਦੂ ਆ, ਕਿਲ ਵਿਖ ਹੈ, ਉਹ ਡਿਲੀਟ ਹੋਣੇ ਸ਼ੁਰੂ ਹੋ ਜਾਂਦੇ ਆ। ਇਹ ਕੁਦਰਤ ਦਾ, ਪ੍ਰਮਾਤਮਾ ਦਾ, ਪਰਮ ਪਿਤਾ ਦਾ ਇੱਕ ਸਿਸਟਮ ਹੈ। ਉਹ ਇੱਕ ਸਿਸਟਮ ਦੇ ਅਧੀਨ ਹੀ ਡਿਲੀਟ ਹੁੰਦੇ ਆ, ਉਹਦੇ ਉੱਥੇ ਪੱਖਬਾਜ਼ੀ ਨਹੀਂ ਹੈ। ਹਰੀ ਦੇ ਚਰਨਾਂ ਨਾਲ ਚਿੱਤ ਲਾਉਣ ਤੋਂ ਬਾਅਦ ਹੀ ਹੁੰਦੇ। ਹੁਣ ਚਿੱਤ ਜਿਹੜਾ ਲਾ ਸਕਦਾ ਉਹ ਕਰ ਲੂ ਡਿਲੀਟ, ਜੀ ਤੋਂ ਚਿੱਤ ਨਹੀਂ ਲੱਗਦਾ, ਜੇ ਉਹ ਕਹੇ ਦੂਜਾ ਮੇਰੀ ਖਾਤਰ ਪਾਠ ਕਰ ਦੂ, ਮੈਂ ਦਾਨ ਕਰ ਦੂ, ਮੈਂ ਪੁੰਨ ਕਰ ਦੂ, ਮੇਰੇ ਪਾਪ ਨਾਸ ਹੋ ਜਾਣ, ਇਹ ਨਹੀਂ ਹੁੰਦਾ। ਉਹ ਤੁਹਾਨੂੰ ਆਪ ਹੀ ਕਰਨੇ ਪੈਣੇ ਆ। ਠੀਕ ਆ, ਦਾਨ ਪੁੰਨ ਕਰਨ ਨਾਲ, ਦੂਜੇ ਦੀ ਸਹਾਇਤਾ ਕਰਨ ਨਾਲ ਹੋਰ ਬਹੁਤ ਕੁਝ ਮਿਲ ਜਾਂਦਾ, ਪਰ ਜਿਹੜੇ ਕਿਲ ਵਿਖ ਹੈ ਡਿਲੀਟ ਆਪ ਹੀ ਕਰਨੇ ਪੈਂਦੇ ਆ। ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਨ ਪੂਰੀ ਕਲ ਰਾਖੀ। ਮਹਾਰਾਜ ਕਹਿੰਦੇ ਜਿਹਨੂੰ ਸਮਝ ਆ ਗਈ ਨਾ ਵੀ ਮੈਂ ਜਿਹੜਾ ਸ਼ਬਦ ਬੋਲਦਾ, ਮੈਨੂੰ ਸਤਿਗੁਰੂ ਕਹਿੰਦੇ ਭਾਈ ਸੋਚ ਸਮਝ ਕੇ ਵਰਤੀ ਸ਼ਬਦਾਂ ਨੂੰ, ਇਹ ਸ਼ਬਦ ਗੁਰੂ ਹੁੰਦਾ। ਇੱਕ ਉਹ ਸ਼ਬਦ ਗੁਰੂ ਆ ਜਿਹੜਾ ਸਰਬ ਵਿਆਪਕ ਹੈ, ਇੱਕ ਓਂਕਾਰ ਦੀ ਧੁਨੀ। ਇੱਕ ਉਹ ਸ਼ਬਦ ਗੁਰੂ ਆ ਜੋ ਸਾਨੂੰ ਗੁਰਬਾਣੀ ਦੇ ਰੂਪ ਚ ਸਤਿਗੁਰਾਂ ਨੇ ਦਿੱਤਾ, ਗੁਰੂ ਗ੍ਰੰਥ ਸਾਹਿਬ ਦਿੱਤਾ। ਇੱਕ ਜਿਹੜੇ ਸਾਡੇ ਵੀ ਸ਼ਬਦ ਆ, ਇਹ ਵੀ ਮੂਵ ਕਰਦੇ ਆ। ਅਸੀਂ ਜੋ ਬੋਲਦੇ ਆ ਉਹਦਾ ਅਸਰ ਸਾਹਮਣੇ ਵਾਲਿਆਂ ਤੇ ਬ੍ਰਹਮੰਡ ਦੇ ਵਿੱਚ ਵੀ ਹੁੰਦਾ। ਕਿਤੋਂ ਦੀ ਗੱਲ ਕਹੀ ਵੀ, ਕਿਤੋਂ ਦੀ ਬੋਲੀ ਵੀ, ਦੇਖੋ ਕਿੱਥੇ ਜਾ ਕੇ ਅਸਰ ਕਰ ਦਿੰਦੀ ਹੈ ਪ੍ਰੇਮ ਵਾਲਾ, ਤੇ ਕਿੱਥੇ ਜਾ ਕੇ ਦੰਗੇ ਵੀ ਭੜਕਾ ਦਿੰਦੀ ਹੈ। ਲੱਖਾਂ ਕੋਹਾਂ ਦੂਰ ਬਹਿ ਕੇ ਬੋਲੀ ਕਿਸੇ ਦੀ ਗੱਲ, ਲੱਖਾਂ ਕੋਹਾਂ ਤੇ ਵਸਦੇ ਲੋਕਾਂ ਦਾ ਜ਼ਿੰਦਗੀ ਨਰਕ ਵੀ ਬਣਾ ਦਿੰਦੀ ਹੈ ਤੇ ਸਵਰਗ ਵੀ ਬਣਾ ਦਿੰਦੀ ਹੈ। ਇੱਥੇ ਮਹਾਰਾਜ ਕਹਿੰਦੇ ਇਸੇ ਕਰਕੇ ਜਿੱਦੇ ਤੁਹਾਨੂੰ ਸਮਝ ਆਉਂਦੀ ਹੈ ਨਾ, ਜਿਹੜੀ ਮੈਨੂੰ ਪਾਵਰ ਦਿੱਤੀ ਆ ਬੋਲਣ ਦੀ ਸਤਿਗੁਰਾਂ ਨੇ, ਕਰਤੇ ਪੁਰਖ ਅਕਾਲ ਪੁਰਖ ਵਾਹਿਗੁਰੂ ਨੇ, ਮੈਂ ਇਹਨੂੰ ਚੰਗੇ ਪਾਸੇ ਵਰਤਾਂ, ਉਸਤਤ ਕਰਾਂ ਹਰ ਵੇਲੇ। ਨਿੱਕੀ ਨਿੱਕੀ ਚੀਜ਼ ਤੋਂ ਉਸਤਤ ਕਰਦਿਆਂ ਹੋਇਆਂ ਵੱਡੀਆਂ ਚੀਜ਼ਾਂ ਤੱਕ, ਪ੍ਰਮਾਤਮਾ ਤੱਕ ਵੀ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ, ਤੂੰ ਸਭ ਹੀ ਕੁਛ ਹੈ, ਉੱਥੋਂ ਤੱਕ ਪਹੁੰਚਣ ਵਾਸਤੇ ਮਹਾਰਾਜ ਕਹਿੰਦੇ ਉਸਤਤ ਕਰਹੁ ਸਦਾ ਪ੍ਰਭ ਆਪਣੇ, ਜਨ ਪੂਰੀ ਕਲ ਰਾਖੀ। ਸਦਾ ਹੀ ਆਪਣੇ ਪ੍ਰਭੂ ਦੀ, ਆਪਣੇ ਲੋਕਾਂ ਦੀ, ਕਾਇਨਾਤ ਦੀ, ਖਲਕਤ ਦੀ, ਕਿਉਂਕਿ ਉਹ ਮਾਲਕ ਆ ਜਿਹੜਾ ਖਾਲਕ, ਖਲਕਤ ਦੇ ਵਿੱਚ ਹੀ ਵਸਦਾ, ਸੰਗਤ ਦੇ ਵਿੱਚ ਹੀ ਵਸਦਾ, ਇਹ ਦੁਨੀਆ ਦੇ ਵਿੱਚ ਹੀ ਵਸਦਾ, ਸਭ ਦੀ। ਮਹਾਰਾਜ ਕਹਿੰਦੇ ਉਸਤਤ ਕਰੋ ਉਹਦੀ, ਮਾਲਕ ਦੀ, ਤਾਂ ਕਿ ਤੁਹਾਡਾ ਜਿਹੜਾ ਜੀਵਨ ਹੈ, ਤੁਹਾਡੇ ਪਾਸੇ ਵਾਲਿਆਂ ਦਾ ਜੀਵਨ ਹੈ, ਜਿੱਥੇ ਤੁਸੀਂ ਰਹਿੰਦੇ ਹੋ ਦੇਸ਼ ਵਾਸੀਆਂ ਦਾ ਜੀਵਨ ਹੈ, ਜਦੋਂ ਦੇਸ਼ਾਂ ਤੋਂ ਬਾਅਦ ਖੰਡਾਂ ਬ੍ਰਹਮੰਡਾਂ ਦੇ ਵਿੱਚ ਬਸਦੀਆਂ ਚੇਤਨਾਵਾਂ ਦਾ ਜੀਵਨ ਹੈ, ਇੱਕ ਇੱਕ ਸ਼ਬਦ ਨਾਲ ਬਣਦਾ ਵਿਗੜਦਾ। ਇਹਦਾ ਧਿਆਨ ਰੱਖੋ, ਜ਼ਿੰਮੇਵਾਰ ਹੋ ਕੇ ਬੋਲੋ ਜੋ ਵੀ ਬੋਲਣਾ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਨ ਪੂਰੀ ਕਲ ਰਾਖੀ। ਜਿਹਨੇ ਕਹੇ ਕਲ ਦੇ ਵਿੱਚ, ਕਲੀ ਯੁੱਗ ਦੇ ਵਿੱਚ, ਕਾਲ ਕੀ ਆ? ਸਮਾਂ, ਮਹਾਕਾਲ। ਇੱਥੇ ਜਿਹਨੇ ਸਾਰਾ ਕੁਝ ਕੀਤਾ ਹੋਇਆ ਉਹਦੇ ਗੁਣ ਗਾਉਣੇ ਆ। ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਭਾਵੇਂ ਸਾਡੀ ਜੀਵ ਆਤਮਾ, ਸਾਡਾ ਜੀ ਆ ਅੰਦਰ ਦਾ, ਭਾਵੇਂ ਜੰਤ ਨੇ ਦੁਨੀਆ ਦੇ ਸਾਰੇ। ਮਹਾਰਾਜ ਕਹਿੰਦੇ ਜਿੱਥੇ ਜਿੱਥੇ ਵੀ ਉਹਦੀ ਧੁਨੀ ਦਾ ਪਸਾਰਾ ਹੁੰਦਾ, ਜਿੱਥੇ ਜਿੱਥੇ ਵੀ ਜਪਿਆ ਜਾਂਦਾ, ਧਿਆਇਆ ਜਾਂਦਾ, ਬਾਣੀ ਪੜ੍ਹੀ ਜਾਂਦੀ ਹੈ, ਚੰਗੇ ਬਚਨ ਬੋਲੇ ਜਾਂਦੇ ਆ, ਉਸਤਤ ਕੀਤੀ ਜਾਂਦੀ ਹੈ,
ਉੱਥੇ ਸਭ ਕੋਈ ਹੀ ਪਵਿੱਤਰ ਹੋਣਾ ਸ਼ੁਰੂ ਹੋ ਜਾਂਦਾ। ਇਹ ਸਤਿਗੁਰਾਂ ਦੀ ਸੱਚੀ ਗਵਾਹੀ ਹੈ, ਸੱਚੀ ਸਾਖੀ ਆ। ਜਿਨ੍ਹਾਂ ਨੇ ਉਹਨੂੰ ਕਰਤੇ ਪੁਰਖ ਨੂੰ ਜਾਣਿਆ, ਗੁਰੂਆਂ ਨੇ, ਪੀਰਾਂ ਨੇ, ਸੰਤਾਂ ਨੇ, ਭਗਤਾਂ ਨੇ, ਉਹਨਾਂ ਨੇ ਸਾਰਿਆਂ ਨੇ ਗਵਾਹੀ ਭਰੀ ਹੈ ਕਿ ਉਹਦਾ ਜਾਪ ਕਰਿਆ, ਉਹਦਾ ਨਾਮ ਲਿਆ, ਸਾਡੇ ਆਭਾ ਮੰਡਲ ਪਵਿੱਤਰ ਹੁੰਦੇ ਆ, ਊਰਜਾ ਪਵਿੱਤਰ ਹੁੰਦੀ ਹੈ, ਉਹ ਅਸਥਾਨ ਪਵਿੱਤਰ ਹੋ ਜਾਂਦੇ ਆ, ਉਹ ਨਗਰ ਪਵਿੱਤਰ ਹੋ ਜਾਂਦੇ, ਉਹ ਦੇਸ਼ ਪਵਿੱਤਰ ਹੋ ਜਾਂਦੇ ਆ ਜਿੱਥੇ ਉਹਦੀ ਉਸਤਤ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸਤ ਸਾਖੀ। ਤੇ ਪਵਿੱਤਰਤਾ ਬੜਾ ਸੁੱਖ ਦਿੰਦੀ ਹੈ, ਬੜਾ ਆਨੰਦ ਦਿੰਦੀ ਹੈ, ਤੇ ਪਵਿੱਤਰਤਾ ਬੜਾ ਹੀ ਸਹਿਜ ਬਖਸ਼ਦੀ ਹੈ। ਇਹ ਆਵੇ ਤਾਂ ਸਹੀ, ਤੁਸੀਂ ਦੇਖੋ ਇਸ ਰਸਤੇ ਤੇ ਤੁਰ ਕੇ ਮਾੜਾ ਮਾੜਾ ਹੀ ਤੁਰੋ। ਅਰਦਾਸ ਹੀ ਪਹਿਲਾਂ ਤਾਂ ਸ਼ੁਰੂ ਚ ਅਰਦਾਸ ਹੀ ਕਰੋ, ਹੇ ਗੁਰੂ ਨਾਨਕ, ਇਹ ਕਲਗੀਆਂ ਵਾਲੇ ਬਾਪੂ, 10ਵੇਂ ਪਾਤਸ਼ਾਹ, ਕਿਰਪਾ ਕਰ ਸਾਡੇ ਤੇ, ਸਾਨੂੰ ਰਸਤਾ ਬਖਸ਼। ਜਿਵੇਂ ਮਾਤਾ ਦੇਸਾਂ ਨੇ ਰਸਤਾ ਮੰਗਿਆ ਨਾ ਬੈਠ ਕੇ ਇੱਥੇ ਜਿੱਥੇ ਆਪਾਂ ਬੈਠੇ ਆ, ਅੱਜ ਉਹੀ ਅਸਥਾਨ ਸਹੀ ਸਲਾਮਤ ਹੈ ਜਿੱਥੇ ਬਹਿ ਕੇ ਕਿਤੇ ਕਲਗੀਆਂ ਵਾਲੇ ਬਾਪੂ ਨੇ ਇਹ ਬਚਨ ਝੋਲੀ ਚ ਪਾਏ ਸੀ ਸੰਗਤ ਦੇ। 9 ਦਿਨ ਇੱਥੇ ਰਹਿ ਕੇ ਸੰਗਤਾਂ ਕੀਤੀਆਂ, ਸੰਗਤਾਂ ਨੇ ਬੜਾ ਕੁਝ ਖੱਟਿਆ, ਤੇ ਅੱਜ ਆਪਾਂ ਵੀ ਉੱਥੇ ਉਹ ਬਚਨ ਕਿਧਰੇ ਨਹੀਂ ਜਾਂਦੇ ਹੁੰਦੇ, ਆਕਾਸ਼ੀ ਰਿਕਾਰਡ ਦੇ ਵਿੱਚ ਉੱਥੇ ਹੀ ਪਏ ਹੁੰਦੇ ਆ। ਉਹੀ ਬਚਨ ਹੈ ਜਿਹੜੇ ਸਾਡੇ ਤੇ ਹੋ ਕੇ ਵਰ ਰਹੇ ਆ, ਖੁੱਲ ਰਹੇ ਆ। ਮਹਾਰਾਜ ਕਹਿੰਦੇ ਜੀ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਵਿਗਣ ਵਿਨਾਸਣ ਸਭ ਦੁੱਖ ਨਾਸਣ, ਸਤਿਗੁਰ ਨਾਮ ਦਰੜਾਇਆ। ਹੁਣ ਇੱਥੇ ਜਿਹੜਾ ਆਮ ਇਨਸਾਨ ਆ ਨਾ ਵਿਚਾਰਾ, ਜਿਹੜਾ ਦੂਰ ਫਿਰਦਾ, ਜਿਹਨੂੰ ਇਹਨਾਂ ਦੇ ਨਿਯਮਾਂ ਦਾ ਗੱਲਾਂ ਦੀਆਂ ਦਾ ਨਹੀਂ ਪਤਾ, ਉਹਨੂੰ ਬੜੇ ਸ਼ੰਕੇ ਹੋ ਜਾਂਦੇ ਆ। ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ 5ਵੇਂ ਬਾਪੂ, 5ਵੇਂ ਪਾਤਸ਼ਾਹ ਲਿਖ ਕੇ ਦੇ ਰਹੇ ਆ ਸਾਨੂੰ, ਕਹਿੰਦੇ ਤੁਸੀਂ ਉਸਤਤ ਕਰਕੇ ਤਾਂ ਵੇਖੋ, ਹਰ ਹਰ ਧਿਆ ਕੇ ਤਾਂ ਦੇਖੋ, ਰਾਮ ਰਾਮ ਕਹਿ ਕੇ ਤਾਂ ਦੇਖੋ। ਕਹਿੰਦੇ ਉਸਤਤ ਕਰ ਹੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਤਾਂ ਮਹਾਰਾਜ ਕਹਿੰਦੇ ਵਿਘਨ ਵਿਨਾਸਣ ਸਭ ਦੁੱਖ ਨਾਸਣ। ਕਹਿੰਦੇ ਜਿੰਨੇ ਵੀ ਵਿਘਨ ਹੈ ਤੁਹਾਡੀ ਜ਼ਿੰਦਗੀ ਦੇ, ਜਿੰਨੇ ਵੀ ਦੁੱਖ ਹੈ, ਸਾਰੇ ਨਸ ਜਾਣਗੇ। ਵਿਘਨ ਵਿਨਾਸਣ ਸਭ ਦੁੱਖ ਨਾਸਣ, ਸਤਿਗੁਰ ਨਾਮ ਦ੍ਰਿੜਾਇਆ। ਜਿਹੜਾ ਨਾਮ ਸਤਿਗੁਰਾਂ ਨੇ ਸਾਨੂੰ ਦਿੱਤਾ ਨਾ, ਇਹਨੂੰ ਦ੍ਰਿੜ ਕਰ ਲਓ। ਕਿਹੜਾ ਨਾਮ ਦਿੱਤਾ ਸਾਨੂੰ? ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਸਤਿਗੁਰੂ ਕੌਣ ਆ? ਸਾਡੇ ਸਤਿਗੁਰੂ ਆ ਜਗਤ ਗੁਰੂ, ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਇਹ ਸੱਚ ਦੀ ਨਿਉ ਜੜ ਰੱਖੀ, ਜਿਨ੍ਹਾਂ ਨੇ ਸੁੱਧ ਗੁਰਮੁਖੀ ਪੰਜਾਬੀ ਭਾਸ਼ਾ 'ਚ ਸਾਨੂੰ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਭਾਸ਼ਾ 'ਚ ਅਸੀਂ ਸਮਝ ਸਕਦੇ ਸੀ। ਤੋਂ ਕਰਤੇ ਪੁਰਖ ਦੇ ਨਿਯਮ, ਅਕਾਲ ਪੁਰਖ ਵਾਹਿਗੁਰੂ ਦੇ ਨਿਯਮ ਸਾਨੂੰ ਸੌਖੇ ਕਰਕੇ ਸਮਝਾਏ। ਤੇ ਉਹ ਸਤਿਗੁਰੂ ਨੇ ਸਾਨੂੰ ਦ੍ਰਿੜ ਕਰਨ ਲਈ ਕੀ ਕਿਹਾ ਕਿ ਭਾਈ ਸੰਗਤੇ, ਭਾਈ ਲੋਕੋ, ਪੂਰੀ ਦੁਨੀਆ ਦੇ ਲੋਕੋ ਗੱਲ ਸੁਣ ਲਓ, ਇਹ ਇੱਕੋ ਹੀ ਨਾਮ ਹੈ, ਉਹ ਹੈ ਇੱਕ ਓੰਕਾਰ, ਤੇ ਇਹੀ ਇਕੱਲਾ ਸੱਤ ਹੈ। ਇੱਕ ਓੰਕਾਰ ਸਤਨਾਮ, ਇਹਨੂੰ ਤੁਸੀਂ ਧਿਆਉਣਾ। ਇਹ ਬਹੁਤ ਵੱਡੀ ਪਾਵਰ ਹੈ, ਬਹੁਤ ਵੱਡਾ ਇੱਕ ਕਰਤਾ ਪੁਰਖ ਦਾ, ਖੰਡਾਂ ਬ੍ਰਹਮੰਡਾਂ ਦਾ ਤੁਹਾਡੇ ਤੱਕ ਪਹੁੰਚਣ ਵਾਲਾ ਨਾਦ ਆ, ਜਿਹਨੂੰ ਤੁਸੀਂ ਸੁਣਨਾ ਸ਼ੁਰੂ ਕਰਦਾ। ਇੱਥੇ ਚੇਤੇ ਰੱਖਣਾ, ਇਹ ਕਰਤੇ ਪੁਰਖ ਦਾ ਨਾਮ ਆ। ਕਰਤਾ ਪੁਰਖ ਆਪ ਨਹੀਂ, ਆਪ ਤਾਂ ਕਰਤਾ ਪੁਰਖ। ਇਹਨੂੰ ਸੁਣਿਆ, ਇਹਨੂੰ ਧਿਆਇਆ, ਇਹਨੂੰ ਜਪਿਆ, ਪ੍ਰਗਟ ਹੁੰਦਾ ਸਾਡੇ ਅੰਦਰੋਂ ਆ, ਕਿਉਂਕਿ ਅੰਦਰ ਹੀ ਸਾਡੇ ਸੁਪਿਆ ਹੋਇਆ ਸਿਸਟਮ ਆ, ਜਿਹੜਾ ਕਿਹਾ ਮਹਾਰਾਜ ਨੇ ਸਭ ਕੁਝ ਘਰ ਮੈਂ, ਬਾਹਰ ਨਾਹੀ, ਬਾਹਰ ਟੁੱਲਾ ਸੋ ਭਰਮ ਭੁਲਾਹੀ। ਮਹਾਰਾਜ ਕਹਿੰਦੇ ਇੱਕ ਓੰਕਾਰ ਸਤਨਾਮ ਨੂੰ ਧਿਆਉਂਦੇ ਆ, ਪਵਨ ਗੁਰੂ ਦੇ ਚਰਨਾਂ ਦਾ ਧਿਆਨ ਧਰਦੇ ਆ, ਪਾਣੀ ਪਿਤਾ ਦਾ ਸਤਿਕਾਰ ਕਰਦੇ ਆ, ਮਾਤਾ ਦਾ ਸਤਿਕਾਰ ਕਰਦੇ ਆ। ਇਸ ਰਸਤੇ ਤੇ ਚੱਲਦੇ ਆ, ਤੁਸੀਂ ਕਹਿੰਦੇ ਦ੍ਰਿੜ ਹੋ ਜਾਣਾ ਇਸ ਗੱਲ ਤੇ। ਪੂਰੀ ਦੁਨੀਆ ਦਾ ਦਾਤਾ ਇੱਕੋ ਮੰਨਣਾ, ਸਭਨਾ ਜੀਆਂ ਦਾ ਦਾਤਾ ਇੱਕੋ ਮੰਨਣਾ, ਸਭੇ ਸਾਂਝੀ ਬਾਲ ਸਦਾਉਣ ਇਹ ਇੱਕ ਮੰਨਣਾ, ਮਾਨਸ ਕੀ ਜਾਤ ਸਭ ਇੱਕ ਹੈ, ਪਹਿਚਾਣ ਉਹ ਇੱਕ ਮੰਨਣਾ। ਜਗਤ ਨੂੰ ਤਮਾਸ਼ਾ ਜਾਣਨਾ। ਬਾਪੂ ਕਲਗੀਆਂ ਵਾਲਾ ਕਹਿੰਦਾ ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਚੱਲਣਾ ਕਿਵੇਂ ਹੈ? ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੀ ਊਰਜਾ ਪਰਮਾਤਮਾ ਦੇ ਸਭ ਤੋਂ ਨੇੜੇ ਆ ਦੁਨੀਆ ਦੇ ਵਿੱਚ। ਜੇ ਪਰਮਾਤਮਾ ਨੂੰ ਮਿਲਣ ਤੋਂ ਪਹਿਲਾਂ ਕੋਈ ਮਿਲਦਾ ਹੈ, ਜਿਹੜਾ ਸਾਡੇ ਤੱਕ ਪਹੁੰਚ ਕਰਦਾ, ਉਹ ਪ੍ਰੇਮ ਆ। ਪ੍ਰੇਮ ਦੀ ਊਰਜਾ ਹੀ ਕਨਵਰਟ ਹੋ ਕੇ ਪਰਮਾਤਮਾ ਕੋਲ ਸਾਨੂੰ ਲੈ ਜਾਂਦੀ ਆ, ਆਪਦੇ ਮੋਢਿਆਂ ਤੇ ਚੜਾ ਕੇ। ਇਹ ਨਾਮ ਆ ਜਿਹੜਾ, ਇਹ ਜਹਾਜ਼ ਹੈ। ਪ੍ਰੇਮ ਹੈ ਇਹ ਜਿਹੜਾ ਨਾਮ ਹੈ, ਜਹਾਜ਼ ਹੈ। ਨਾਨਕ ਨਾਮ ਜਹਾਜ਼ ਹੈ, ਚੜੇ ਸੁਤਰੇ ਪਾਰ। ਅਸੀਂ ਉਹ ਜਹਾਜ਼ ਤੇ ਚੜ ਕੇ, ਇੱਕ ਓੰਕਾਰ ਦੀ ਧੁਨੀ ਤੇ ਚੜ ਕੇ ਪਾਰ ਉਤਰ ਜਾਂਦੇ ਆ। ਸਤਿਗੁਰੂ ਕਹਿੰਦੇ ਗੁਰੂ ਦੀ ਗੱਲ ਮੰਨ ਲਓ, ਤੁਹਾਡੇ ਸਾਰੇ ਵਿਘਨ ਜ਼ਿੰਦਗੀ ਦੇ ਨਸ ਜਾਣਗੇ। ਵਿਘਨ ਵਿਨਾਸਣ ਸਭ ਦੁੱਖ ਨਾਸਣ, ਸਤਿਗੁਰੂ ਨਾਮ ਦ੍ਰਿੜਾਇਆ। ਨਾਮ ਦ੍ਰਿੜ ਅਸੀਂ ਕਰਨਾ, ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਸਾਡੀ ਜ਼ਿੰਦਗੀ ਦੇ ਵਿੱਚੋਂ ਪਾਪ ਆ ਜਿਹੜੇ ਸਭ ਖੋ ਜਾਣਗੇ, ਸਾਰੇ ਪਾਵਨ ਹੋ ਜਾਣਗੇ, ਤੇ ਅਸੀਂ ਸੌਖੇ ਹੋ ਕੇ ਸੁੱਖ ਨਾਲ ਘਰ ਜਾਵਾਂਗੇ। ਇਹ ਗੱਲ ਨੂੰ ਹੁਣ ਧਿਆਨ ਰੱਖੋ, ਜਿਹੜਾ ਵੀ ਇਹ ਵਾਕ ਨੂੰ ਸੁਣਦਾ ਉਹ ਇਹ ਗੱਲ ਨੂੰ ਮੰਨ ਲਏ ਮੈਂ ਕਿ ਮੇਰੇ ਸਤਿਗੁਰੂ ਦਾ ਦਿੱਤਾ ਹੋਇਆ ਨਾਮ ਕਿ ਇੱਕ ਓੰਕਾਰ ਸਤਨਾਮ ਹੈ। ਉਹਨੂੰ ਹਿਰਦੇ 'ਚ ਧਿਆਉਣਾ ਸ਼ੁਰੂ ਕਰ ਦੇ। ਕੰਨਾਂ ਤੋਂ ਜੋ ਨਾਦ ਸ਼ੁਰੂ 'ਚ ਸੁਣਦਾ, ਜੋ ਵੀ ਸੁਣਦਾ, ਇੱਕ ਸੈਂ ਸੈਂ ਦੀ ਆਵਾਜ਼ ਤੋਂ ਸ਼ੁਰੂ ਹੋ ਕੇ
ਐਂਡ ਤੱਕ ਓਂਕਾਰ ਤੱਕ ਲੈ ਜਾਂਦੀ ਹੈ। ਉਹਨੂੰ ਬਹਿ ਕੇ ਸੁਣਨਾ ਸ਼ੁਰੂ ਕਰ ਦਿਓ, ਆਉਂਦੇ ਜਾਂਦੇ ਸਵਾਸਾਂ ਤੇ ਧਿਆਨ ਧਰਨਾ ਸ਼ੁਰੂ ਕਰ ਦਿਓ। ਅੱਜ ਹੋਰ ਸਵੇਰ ਹੋਰ ਕਮ ਸੇ ਕਮ ਜੇ ਕੋਈ ਬੰਦਾ 3 ਮਹੀਨੇ ਕਰਕੇ ਵੇਖਦਾ ਤਾਂ ਉਹਦੇ ਕਿਲ ਵਿਖਾਂ ਦੇ ਹਿਸਾਬ ਨਾਲ ਉਹਦੇ ਅੰਦਰੋਂ ਹਿਰਦਾ ਸਾਫ਼ ਹੁੰਦਾ ਜਾਣਾ, ਉਹਨੂੰ ਰਸਤਾ ਮਿਲ ਜਾਣਾ। ਇਹ ਰਸਤੇ ਤੇ ਚੱਲਿਆ ਜੇ ਕੋਈ ਬੱਚਾ ਵਿਦੇਸ਼ ਜਾਣ ਵਾਸਤੇ 5-4 ਮਹੀਨੇ ਆਈਲੈਟਸ ਤੇ ਲਾਉਂਦਾ ਤਾਂ ਸਾਨੂੰ ਵੀ ਲਾ ਕੇ ਵੇਖ ਲੈਣੇ ਚਾਹੀਦੇ। 3 ਦਿਨ ਬੈਠ ਕੇ ਬਹੁਤ ਬੰਦੇ ਫੋਨ ਕਰਨ ਲੱਗ ਜਾਂਦੇ, ਕੁਝ ਬਣਦਾ ਤਾਂ ਹੈ ਨਹੀਂ। ਇਹ ਜੀਵਨ ਦੀ ਖੇਡ ਆ, ਜੇ ਇੱਕ ਜਨਮ ਲੱਗ ਕੇ ਵੀ ਗੱਲ ਪੱਲੇ ਪੈ ਜੇ ਤਾਂ ਬਹੁਤ ਵੱਡੀ ਗੱਲ ਆ। ਦਿਲੋਂ ਚਾਹ ਕੇ ਬਹਿ ਜਾਓ, ਬੈਠਣਾ ਸ਼ੁਰੂ ਕਰ ਦਿਓ, ਪਰ ਗੁਰੂ ਅੱਗੇ ਅਰਦਾਸ ਕਰਦੇ ਰਹੋ, ਸਤਿਗੁਰੂ ਜੇ ਸਾਡੇ ਕੰਨਾਂ 'ਚ ਇਹ ਵਾਜਾ ਪਾਇਆ ਤਾਂ ਹੁਣ ਸਾਨੂੰ ਰਸਤਾ ਵੀ ਬਖਸ਼ ਦੇ। ਤੇ ਉਹਨੇ ਰਸਤਾ ਬਖਸ਼ਿਆ ਹੋਇਆ ਹੀ ਆ, ਰਸਤਾ ਤੁਹਾਡੇ ਅੰਦਰ ਹੀ ਆ। ਬਸ ਆਉਂਦੇ ਜਾਂਦੇ ਸਵਾਸਾਂ ਨੂੰ ਵੇਖਣ ਦੀ ਕੋਸ਼ਿਸ਼ ਕਰੋ, ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ, ਬੈਠਣ ਦੀ ਕੋਸ਼ਿਸ਼ ਕਰੋ। ਸਾਹ ਜਦੋਂ ਵੀ ਲੈਣੋ ਲੰਬਾ ਲਓ, ਨਾਭੀ ਕੇਂਦਰ ਤੱਕ ਸਾਹ ਜਾਣਾ ਚਾਹੀਦਾ, ਉਹ ਥਿਰ ਘਰ ਹੈ। ਥਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ। ਉੱਥੇ ਜਾ ਕੇ ਜਦੋਂ ਤੁਹਾਡੀ ਚੇਤਨਾ ਬੈਠੂਗੀ, ਤੁਹਾਡੀ ਸੁਰਤ ਬੈਠੂਗੀ, ਸਾਰੇ ਹੀ ਕਾਰਜ ਸਵਰ ਜਾਣੇ ਆ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ। ਧੰਨ ਧੰਨ ਮਾਤਾ ਦੇਸਾਂ ਦੇ ਦਰ ਦੀ ਸੇਵਾ ਦਾ ਆਪਾਂ ਨੂੰ ਹੁਕਮ ਹੋਇਆ, ਕਾਰ ਸੇਵਾ ਕਰਵਾਉਣ ਦਾ ਹੁਕਮ ਹੋਇਆ। ਬੇਸ਼ੱਕ ਸੇਵਾ ਆਪਾਂ ਬਚਪਨ ਤੋਂ ਕਰਦੇ ਆ, 50 ਸਾਲ ਹੋ ਗਏ ਨੇ ਇੱਥੇ, ਪਰ ਸਾਨੂੰ ਜਿੰਨਾ ਚਿਰ ਹੁਕਮ ਨਹੀਂ ਆਇਆ ਆਪ ਨੂੰ ਸੇਵਾ ਕਰਵਾਉਣ ਦਾ, ਉਹਨਾਂ ਚਿਰ ਅਸੀਂ ਸਹਿ ਸੁਭਾਅ ਚੱਲੀ ਗਏ ਆ, ਜਿਵੇਂ ਕਿ ਚੱਲਦਾ ਹੁੰਦਾ ਸਿਸਟਮ। ਹੁਣ ਸਾਨੂੰ ਸਤਿਗੁਰਾਂ ਵੱਲੋਂ, ਮਾਤਾ ਦੇਸਾਂ ਵੱਲੋਂ ਹੁਕਮ ਹੋਇਆ ਕਿ ਪੁੱਤਰ ਉੱਠੋ, ਹੁਣ ਤੁਹਾਨੂੰ ਉਹ ਦਾਤ ਦੇ ਦਿੱਤੀ ਹੈ, ਨਾਮ ਦੀ ਦਾਤ ਨੂੰ ਵੀ ਵਰਤਾਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਾਰਾ ਕੁਝ ਛੁਪਿਆ ਹੋਇਆ, ਜੋ ਤੁਹਾਡੇ ਸਾਹਮਣੇ ਪ੍ਰਗਟ ਅਸੀਂ ਕਰ ਰਹੇ ਹਾਂ, ਤੁਸੀਂ ਸੰਗਤਾਂ ਸਾਹਮਣੇ ਪ੍ਰਗਟ ਕਰੋ। ਤੇ ਗੁਰਸਿੱਖਾਂ ਤੋਂ ਪ੍ਰੇਰਨਾ ਦੇ ਕੇ, ਦਸਵੰਧ ਲਵਾ ਕੇ ਇਹ ਅਸਥਾਨ ਦੀ ਸੇਵਾ ਸ਼ੁਰੂ ਕਰੋ। ਤੇ ਇੱਥੇ ਜੋ ਅਜੂਬਾ ਕਲਗੀਧਰ ਪਾਤਸ਼ਾਹ ਨੇ ਦਿਖਾਇਆ ਕਿ ਜਿਹੜਾ ਬਾਣਾ ਜਿਹਦੇ ਦਰਸ਼ਨ ਕੀਤੇ ਹੀ ਪਤਾ ਲੱਗ ਜਾ ਕਰਨਾ ਕਿ ਮੈਂ ਕੌਣ ਹੂੰ, ਮੈਂ ਹੈ ਕੌਣ, ਤੇ ਮੈਂ ਜਾਣ ਕਿਵੇਂ ਸਕਦਾ ਆਪਣੇ ਆਪ ਨੂੰ, ਮੈਂ ਕਿਵੇਂ ਜਪ ਸਕਦਾ, ਕਿਵੇਂ ਧਿਆ ਸਕਦਾ। ਤੇ ਇੱਥੇ ਉਹਦੇ ਰਹਿਣ ਦਾ ਵੀ ਇੰਤਜ਼ਾਮ ਹੋਊ, ਬਹਿਣ ਦਾ, ਰਹਿਣ ਦਾ, ਤਾਂ ਕਿ ਉਹ ਇਹ ਰਹਿ ਕੇ ਕੁਝ ਦਿਨ ਅਨੁਭਵ ਕਰ ਸਕੇ। ਫਿਰ ਬ੍ਰਹਮੰਡ 'ਚ ਜਿੱਥੇ ਮਰਜੀ ਜਾਵੇ, ਕਿਉਂਕਿ ਟੱਚ ਤਾਂ ਅੰਦਰੋਂ ਮਿਲਣਾ ਤੇ ਅੰਦਰੋਂ ਤਾਰਾਂ ਜੁੜ ਜਾਣੀਆਂ। ਫਿਰ ਜਿੱਥੇ ਵੀ ਹੋ ਤੁਸੀਂ ਉਹਦੇ ਹੀ ਹੋ। ਇੱਕ ਵਾਰ ਇੱਕ ਸਿਸਟਮ 'ਚ ਆਉਣ ਦੀ ਲੋੜ ਹੁੰਦੀ ਆ, ਉਹ ਸਤਿਗੁਰੂ ਕਲਗੀਧਰ ਇੱਥੇ ਲਿਆ ਕੇ ਉਹ ਸਿਸਟਮ 'ਚ ਲਿਆਇਆ ਕਰਨਗੇ, ਸਭ ਨੂੰ ਕਿਰਪਾ ਕਰਨਗੇ। ਉਹਨਾਂ ਨੇ ਬਖਸ਼ਿਸ਼ ਕੀਤੀ ਹੈ ਤਾਂ ਸਭ ਕੁਝ ਹੋਣਾ ਵੀ ਹੈ। ਰਹਿਮਤ ਕਰੇ ਸਤਿਗੁਰੂ। ਐਤਵਾਰ ਤੋਂ ਸ਼ੁਰੂ ਆ ਆਪਣੀਆਂ ਜੋ ਵੀ ਲੜੀਵਾਰ ਸਤਸੰਗਾਂ ਹਨ, ਜਿੱਥੇ ਜਿੱਥੇ ਕੋਈ ਭੈਣ ਭਾਈ ਬਚਨ ਸੁਣਦਾ, ਉਹ ਸਭ ਆਪੋ ਆਪਣੀ ਤਿਆਰੀ ਕਰ ਲੈਣ ਕਿ ਅਸੀਂ ਵੀ ਕਲਗੀਧਰ ਬਾਪੂ ਦੀ ਜੋ ਦਸਤਾਰ ਹੈ ਉਹਦੇ ਚਰਨ ਆਪਣੇ ਘਰ ਭਵਾਉਣੇ ਆ। ਸਹਿਜ ਪਾਠ ਦੀ ਇਹ ਸੇਵਾ ਜਿਹੜੀ ਲੜੀਵਾਰ ਚੱਲਣੀ ਆ, ਸਹਿਜ ਪਾਠ ਦੀ ਅਰਥ ਆਪਣੇ ਘਰ ਕਰਾਉਣੇ ਆ, ਸਿਮਰਨ ਕਰਾਉਣਾ ਸੰਗਤ ਨੂੰ, ਸੇਵਾ ਸਿਮਰਨ ਦਾ ਜੋ ਪ੍ਰਵਾਹ ਚੱਲਣਾ, ਅਸੀਂ ਵੀ ਉਹ ਪ੍ਰਵਾਹ ਦੇ ਗਵਾਹ ਬਣਨਾ ਹੈ। ਕਿਉਂਕਿ ਬਹੁਤ ਵੱਡਾ ਬਦਲਾਅ ਸਤਿਗੁਰੂ ਦਿਖਾ ਰਹੇ ਆ ਕਿ ਇੱਕ ਜ਼ਿੰਦਗੀ ਦੀ ਮਿਸਾਲ ਬਣ ਜਾਣੀ ਹੈ ਦੁਨੀਆ ਦੀ, ਕਿ ਕੀ ਬਦਲਾਅ ਕਰ ਰਹੇ ਆ ਕਲਗੀਧਰ ਪਾਤਸ਼ਾਹ, ਕੀ ਬਖਸ਼ਿਸ਼ਾਂ ਕਰ ਰਹੇ ਆ। ਤੇ ਉਹਦੇ ਤੁਸੀਂ ਗਵਾਹ ਬਣਨਾ। ਆਪਣੇ ਘਰ ਤਿਆਰੀਆਂ ਕਰੋ ਵੱਧ ਤੋਂ ਵੱਧ, ਤਾਂ ਕਿ ਅਸੀਂ ਜਿਵੇਂ ਜਿਵੇਂ ਸਾਨੂੰ ਸ਼ੁਰੂਆਤਾਂ ਦੇ ਵਿੱਚ ਗਾਹਾਂ ਦੀ ਗਾਹਾਂ ਸਿੰਘ ਮਿਲਦੇ ਜਾਣੇ ਆ, ਤੇ ਅਸੀਂ ਅੱਗੇ ਦੀ ਅੱਗੇ ਇਹਨੂੰ ਲੈ ਕੇ ਜਾਣਾ, ਪ੍ਰਚਾਰ ਨੂੰ, ਕਾਰ ਸੇਵਾ ਨੂੰ ਵੀ, ਜੋ ਦਾਤਾਂ ਬਖਸ਼ਿਸ਼ ਕੀਤੀਆਂ ਉਹਨਾਂ ਦੇ ਵਰਤਾਰੇ ਨੂੰ ਵੀ। ਤੇ ਰਹਿਮਤਾਂ ਕਰਨ ਸਤਿਗੁਰੂ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਰਹਿਣ। ਗੁਰਸਿੱਖਾਂ ਨੂੰ ਬੇਨਤੀ ਆ, ਪਿਆਰ ਵਾਲਿਆਂ ਨੂੰ, ਜਿਹੜੇ ਨਾਲ ਚੱਲ ਸਕਦੇ ਆ, ਸਾਥ ਦੇ ਸਕਦੇ ਆ, ਕੋਈ ਗੱਡੀਆਂ ਨਾਲ ਲਿਆ ਸਕਦਾ, ਕੋਈ 4 ਦਿਨ ਵੈਸੇ ਟਾਈਮ ਕੱਢ ਸਕਦਾ, ਕੋਈ 2 ਦਿਨ ਆ ਸਕਦਾ, ਕੋਈ 1 ਦਿਨ ਆ ਸਕਦਾ, ਉਹ ਗਵਾਹ ਬਣ ਸਕਦਾ ਇਸ ਇਤਿਹਾਸਕ ਪਲ ਦਾ, ਇਸ ਇਤਿਹਾਸਕ ਤੱਥ ਦਾ। ਉਹ ਜ਼ਰੂਰ ਨਾਲ ਆਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਕਾਫਲੇ ਹੀ ਸੋਹਣੇ ਲੱਗਦੇ ਆ ਗੁਰਸਿੱਖਾਂ ਦੇ, ਹੀਰੇ ਹੰਸਾਂ ਮੋਤੀਆਂ ਦੇ। ਕੋਸ਼ਿਸ਼ ਕਰੋ ਆ ਕੇ ਟਾਈਮ 'ਚ ਟਾਈਮ ਕੱਢ ਕੇ। ਇਹ ਵੀ ਬਹੁਤ ਵੱਡੀ ਸੇਵਾ, ਜੇ ਤੁਸੀਂ ਇੱਕ ਦਿਨ ਵੀ ਆ ਕੇ ਆਪਣਾ ਇੱਥੇ ਸੇਵਾ ਚਲਾ ਜਾਂਦੇ ਹੋ, ਨਾਲ ਰਹਿ ਜਾਂਦੇ ਹੋ, ਨਾਲ ਰਹਿ ਕੇ ਤੁਸੀਂ ਇਹ ਕਾਫਲੇ ਦੇ ਨਾਲ ਤੁਰਦੇ ਹੋ, ਤਾਂ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੋਊਗੀ। ਇਹ ਸਤਿਗੁਰੂ ਨਾਨਕ ਦੀ ਬਖਸ਼ੀ ਹੋਈ ਇੱਕ ਵਿਧੀ ਹੈ, ਜਿਹੜੀ ਅਸੀਂ ਹੌਲੀ ਹੌਲੀ ਪ੍ਰਗਟ ਨਾਲ ਦੀ ਨਾਲ ਕਰਾਂਗੇ, ਜਿਵੇਂ ਜਿਵੇਂ ਬਾਣੀ ਦੇ ਵਿੱਚ ਉਹ ਸ਼ਬਦ ਆਉਣਗੇ, ਉਹ ਅਰਥ ਆਉਣਗੇ। ਰਹਿਮਤਾਂ ਕਰਨ ਸਤਿਗੁਰੂ ਬਾਪੂ ਕਲਗੀਆਂ ਵਾਲਾ ਪਾਤਸ਼ਾਹ ਸਿਰ ਤੇ ਹੱਥ ਰੱਖੇ। ਤੁਹਾਡੇ ਵੀ ਸਭ ਦੇ, ਸਾਡੇ ਵੀ, ਆਪਣੇ ਸਾਰਿਆਂ ਤੋਂ ਇਹ ਸੇਵਾਵਾਂ ਲੈ ਲੈਣ। ਸਭਨਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਪਾਤਸ਼ਾਹ। ਵਾਹਿਗੁਰੂ।